आप लेहो तुम कथा सुधारी। सतनाम श्री वाहिगुरु साहिब जियो। सादर जिह सेव्यो महदेवा। सफल भई तिह जन कृत सेवा। इन तज जे अन आशे लहही। ते जन सुधा छाड़ खल गहही। वाहिगुरु जी का खालसा वाहिगुरु जी की फतेह। गुरु की साजी नवाजी होई गुरु रूप साध संगत जी। सतगुਰਾਂ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਸੰਧਿਆ ਦੇ ਦੀਵਾਨ ਸਜੇ ਨੇ। ਆਪ ਜੀ ਨੇ ਸੋਹਦਾ ਰਾਜ ਸਾਹਿਬ ਜੀ ਦੇ ਪਾਠ ਆਰਤੀ ਆਰਤੇ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਧੰਨ ਧੰਨ ਸਤਿਗੁਰੂ ਮਹਾਰਾਜ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਨੰਦ ਸੇਵਕ ਭਾਈ ਗੁਰਦਾਸ ਜੀ ਕਾਂਸ਼ੀ ਦੇ ਵਿੱਚ ਪੰਡਤਾਂ ਦੇ ਸ਼ੰਕਿਆਂ ਦਾ ਉੱਤਰ ਦੇ ਰਹੇ ਹਨ। ਬਨਾਰਸ ਦੇ ਪੰਡਤ ਪੁੱਛਦੇ ਹਨ ਵੀ ਗਾਇਤਰੀ ਮੰਤਰ ਦੇ ਹੁੰਦਿਆਂ ਵਾਹਿਗੁਰੂ ਮੰਤਰ ਦੀ ਕੀ ਲੋੜ ਪੈ ਗਈ। ਵਾਹਿਗੁਰੂ ਮੰਤਰ ਦਾ ਕੀ ਅਰਥ ਹੈ, ਵਾਹਿਗੁਰੂ ਮੰਤਰ ਦਾ ਪਰਮਾਰਥ ਕੀ ਹੈ, ਇਹਦਾ ਮਹਾਤਮ ਕੀ ਹੈ। ਔਰ ਦੂਸਰਾ ਸਵਾਲ ਹੈ ਕਿ ਗੁਰਬਾਣੀ ਰਚਣ ਦੀ ਕੀ ਲੋੜ ਹੈ ਜੇ 4 ਵੇਦ 6 ਸ਼ਾਸਤਰ 27 ਸਿਮਰਤੀਆਂ 18 ਪੁਰਾਣ ਇਤਨੇ ਪ੍ਰਾਤਨ ਗ੍ਰੰਥ ਮੌਜੂਦ ਹਨ। ਗੁਰਬਾਣੀ ਦੀ ਕੀ ਆਵਸ਼ਕਤਾ ਹੈ। ਤੀਸਰਾ ਸਵਾਲ ਇਹ ਹੈ ਕਿ 68 ਤੀਰਥਾਂ ਦੇ ਹੁੰਦਿਆਂ ਨਵਾਂ ਤੀਰਥ ਸ੍ਰੀ ਅੰਮ੍ਰਿਤਸਰ ਸਾਹਿਬ ਬਣਾਉਣ ਦੀ ਕੀ ਲੋੜ ਹੈ। ਭਾਈ ਸਾਹਿਬ ਗੁਰਦਾਸ ਜੀ ਇਹਨਾਂ ਸਾਰੇ ਸ਼ੰਕਿਆਂ ਦਾ ਨਿਰਾਕਰਨ ਕਰ ਰਹੇ ਨੇ। ਪਹਿਲਾਂ ਵਾਹਿਗੁਰੂ ਮੰਤਰ ਦੇ ਅਰਥ ਦੱਸੇ ਹਨ, ਹੁਣ ਉਹਦਾ ਮਹਾਤਮ ਦੱਸ ਰਹੇ ਹਨ। ਆਓ ਸਰਵਣ ਕਰੀਏ ਪ੍ਰੇਮ ਨਾਲ ਪੰਡਤਾਂ ਨੂੰ ਕੀ ਉਪਦੇਸ਼ ਦਿੱਤਾ। ਸਾਰੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਦਰ ਜਿਹ ਸੇਵਿਓ ਮਹਦੇਵਾ। ਹੇ ਪੰਡਤ ਜੀ, ਜਿਸ ਬੰਦੇ ਨੇ ਵਾਹਿਗੁਰੂ ਮੰਤਰ ਦਾ ਸਤਿਕਾਰ ਕੀਤਾ ਹੈ, ਅਦਬ ਦੇ ਨਾਲ ਇਸ ਨੂੰ ਜਪਿਆ ਹੈ, ਸ਼ਰਧਾ ਨਾਲ ਵਾਹਿਗੁਰੂ ਮੰਤਰ ਦੀ ਅਭਿਆਸ ਕੀਤਾ ਹੈ, ਇਸ ਦੀ ਉਪਾਸਨਾ ਕੀਤੀ ਹੈ, ਵਾਹਿਗੁਰੂ ਵਾਹਿਗੁਰੂ ਜਪਿਆ ਹੈ, ਸਫਲ ਭਈ ਤਿਹ ਜਨ ਕ੍ਰਿਤ ਸੇਵਾ। ਉਸ ਬੰਦੇ ਦੀ ਸੇਵਾ ਸਫਲ ਹੋ ਗਈ ਹੈ, ਉਹਦੇ ਕੰਮ ਸਫਲ ਹੋ ਗਏ ਨੇ, ਉਹਦੀ ਘਾਲਣਾ ਥਾਂ ਪੈ ਗਈ ਹੈ। ਨਾਮ ਦੀ ਘਾਲਣਾ ਕਦੀ ਬਿਰਥੀ ਨਹੀਂ ਜਾਂਦੀ। ਇੱਕ ਵਾਰੀ ਵੀ ਵਾਹਿਗੁਰੂ ਕਹਿਤਾ ਉਹ ਵੀ ਤੁਹਾਨੂੰ ਫਲ ਦੇਵੇਗਾ। ਇਸ ਕਰਕੇ ਗੁਰਬਾਣੀ ਕਹਿੰਦੀ ਲੱਖਾਂ ਵਾਰੀ ਆਖੋ ਵਾਹਿਗੁਰੂ 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 ਵਾਹਿਗੁਰੂ। ਉਚਰੋ ਰਾਮ ਨਾਮ ਲੱਖ ਵਾਰੀ। ਲੱਖ ਵਾਰੀ ਪਰਮੇਸ਼ਰ ਦਾ ਨਾਮ ਜਪੋ, ਕਰੋੜਾਂ ਵਾਰੀ ਜਪੋ, ਜਪਦੇ ਹੀ ਰਹੋ। ਹਾਂਜੀ। ਇਨ ਤਜ ਜੇ ਅਨ ਆਸ਼ੇ ਲਹੀ। ਕਹਿੰਦੇ ਇਸ ਨੂੰ ਛੱਡ ਕੇ ਜਿਹੜੇ ਹੋਰ ਆਸ਼ੇ ਲੈਂਦੇ ਹਨ, ਭਾਵ ਹੋਰ ਸਿਧਾਂਤਾਂ ਵਿੱਚ ਫਸਦੇ ਹਨ, ਤੇ ਜਨ ਸੁਦਾ ਛਾੜ ਖਲ ਗਹਿਹੀ। ਜਿਹੜੇ ਨਾਮ ਵਾਹਿਗੁਰੂ ਮੰਤਰ ਨੂੰ ਛੱਡ ਕੇ ਹੋਰ ਮੰਤਰਾਂ ਦੇ ਚੱਕਰ 'ਚ ਪਏ ਹਨ, ਸਮਝੋ ਅੰਮ੍ਰਿਤ ਨੂੰ ਛੱਡ ਕੇ ਉਹ ਖਾਲੀ ਖਾ ਰਹੇ ਹਨ। ਜਿਵੇਂ ਸਾਧ ਸੰਗਤ ਜੀ ਤੇਲ ਕੱਢ ਲਈਏ ਨਾ ਸਰੋਂ ਵਿੱਚੋਂ, ਪਿੱਛੇ ਖਲ ਰਹਿ ਜਾਂਦੀ ਹੈ, ਫੋਕ ਰਹਿ ਜਾਂਦਾ ਹੈ, ਉਹਦੇ ਵਿੱਚ ਸਾਰ ਨਹੀਂ ਹੁੰਦਾ। ਵਾਹਿਗੁਰੂ ਤੋਂ ਨਾਮ ਤੋਂ ਬਿਨਾਂ ਬਾਕੀ ਸਾਰੀਆਂ ਚੀਜ਼ਾਂ ਫੋਕੀਆਂ ਹੀ ਹਨ। ਚਤੁਰਵੇਦ ਚੋਂ ਜੁਗ ਕੇ ਕਾਢੇ। 4 ਯੁੱਗਾਂ ਦੇ 4 ਮੰਤਰ ਹਨ, ਵਾਸੁਦੇਵ, ਹਰੀ, ਗੋਬਿੰਦ ਤੇ ਰਾਮ। ਇਹਨਾਂ 4 ਅੱਖਰਾਂ ਦੇ ਵਿੱਚੋਂ ਇੱਕ ਇੱਕ ਅੱਖਰ ਲਿਆ ਹੈ। ਵਾਸੁਦੇਵ ਵਿੱਚੋਂ ਵਾਵਾ ਲਿਆ, ਹਰੀ ਚੋਂ ਹਾਹਾ ਲਿਆ, ਗੋਬਿੰਦ ਚੋਂ ਗੱਗਾ ਲਿਆ, ਰਾਮ ਚੋਂ ਰਾਰਾ ਲਿਆ। 4 ਯੁੱਗਾਂ ਦੇ ਬੀਜ ਕੱਢ ਲਏ ਨੇ। ਸੂਖਮ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ 4 ਮੰਤਰਾਂ ਦਾ ਤੱਤ ਕੱਢ ਲਿਆ ਹੈ। ਬੀਜ ਪ੍ਰਤਾਪ ਜੁਗਨ ਬਲ ਬਾਢੇ। ਕਿਉਂਕਿ 4 ਯੁੱਗਾਂ ਦੇ ਮੰਤਰਾਂ ਦਾ ਬੀਜ ਹੈ ਇਹਦੇ ਵਿੱਚ, ਇਸ ਕਰਕੇ ਇਹਦੀ ਤਾਕਤ ਸਾਰਿਆਂ ਨਾਲੋਂ ਜ਼ਿਆਦਾ ਹੈ। ਵਾਹਿਗੁਰੂ ਮੰਤਰ ਜਿੰਨੀ ਛੇਤੀ ਕੰਮ ਕਰਦਾ ਹੈ, ਹੋਰ ਕੋਈ ਮੰਤਰ ਇੰਨੀ ਛੇਤੀ ਕੰਮ ਨਹੀਂ ਕਰਦਾ। ਮੰਤਰ ਪ੍ਰਮਾਤਮਾ ਦੇ ਨਾਮ ਵਾਲੇ ਸਾਰੇ ਹੀ ਚੰਗੇ ਨੇ, ਮਾੜਾ ਕੋਈ ਨਹੀਂ। ਬਲਿਹਾਰੀ ਜਾਉ ਜੇਤੇ ਤੇਰੇ ਨਾਮ ਹੈ,
ਬਲਿਆਰ ਜਾਈਏ ਵਾਹਿਗੁਰੂ ਦੇ ਜਿੰਨੇ ਵੀ ਨਾਮ ਹਨ। ਸੋ ਇਹ ਜਿਹੜੇ ਵਾਹਿਗੁਰੂ ਦੇ ਨਾਮ ਵਾਸਦੇਵ, ਹਰੀ, ਗੋਬਿੰਦ ਤੇ ਰਾਮ ਚੌਹਾਂ ਯੁੱਗਾਂ 'ਚ ਜਪੇ ਜਾਂਦੇ ਸੀ, ਉਹਨਾਂ 'ਚੋਂ ਇੱਕ ਇੱਕ ਅੱਖਰ ਲੈ ਕੇ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਉਹਦਾ ਜਾਪ ਕੀਤਾ ਹੈ। ਕਲਪ ਕਲਪ ਪਰਤੇ ਅਕਸ਼ਰ ਕਈ, ਸ੍ਰੀ ਗੁਰੂ ਨਾਨਕ ਜਾਪਿਓ ਸਹੀ, ਸਾ ਮੰਤਰ ਪ੍ਰਭ ਖਾਲਸਹਿ ਦੀਨਾ, ਵਾਹਿਗੁਰੂ ਪਦ ਪਾਵਨ ਕੀਨਾ। ਇੱਕ ਇੱਕ ਅੱਖਰ ਨੂੰ ਕਲਪ ਕਲਪ ਪਰਯੰਤ ਜਪਿਆ ਤੇ ਮਹਾਰਾਜ ਉਹਨਾਂ ਯੁੱਗਾਂ ਦਾ, ਚੌਹਾਂ ਯੁੱਗਾਂ ਦਾ ਜਾਪ ਵਾਹਿਗੁਰੂ ਇੱਕ ਬਣਾ ਦਿੱਤਾ ਤੇ ਉਹ ਕਲਯੁਗੀ ਜੀਵਾਂ ਨੂੰ ਦਿੱਤਾ ਵੀ ਤੁਸੀਂ ਜਪ ਕੇ ਚੌਹਾਂ ਯੁੱਗਾਂ ਦਾ ਫਲ ਪ੍ਰਾਪਤ ਕਰ ਲਵੋਗੇ। ਚਾਰ ਪਦਾਰਥ ਬੀਜ ਮਹੀ ਪੁੰਨ। ਦੁਨੀਆ ਦੇ ਚਾਰ ਹੀ ਪਦਾਰਥ ਨੇ, ਪੰਜਵੀਂ ਅਜੇ ਤਾਈਂ ਕੋਈ ਚੀਜ਼ ਨਹੀਂ ਬਣੀ, ਚਾਰ ਹੀ ਨੇ, ਧਰਮ, ਅਰਥ, ਕਾਮ ਤੇ ਮੋਕਸ਼। ਚਾਰ ਚੀਜ਼ਾਂ ਇਸ ਵਾਹਿਗੁਰੂ ਦੇ ਚਾਰ ਅੱਖਰਾਂ 'ਚੋਂ ਮਿਲ ਜਾਂਦੀਆਂ ਹਨ। ਵਾਹਿਗੁਰੂ 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 ਜਪਣ ਨਾਲ ਧਰਮ ਦੀ ਵੀ ਪ੍ਰਾਪਤੀ ਹੁੰਦੀ ਹੈ, ਅਰਥ ਦੀ ਯਾਨੀ ਰੋਟੀ ਕੱਪੜਾ ਮਕਾਨ ਪੈਸਾ ਟਕਾ ਉਹ ਵੀ ਮਿਲ ਜਾਂਦਾ, ਔਰ ਮਨ ਦੀਆਂ ਸਾਰੀਆਂ ਕਾਮਨਾ ਪੂਰੀਆਂ ਹੋ ਜਾਂਦੀਆਂ ਤੇ ਅੰਤ ਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਇਸ ਕਰਕੇ ਚੌਹਾਂ ਯੁੱਗਾਂ ਦਾ ਇਹ ਬੀਜ ਕੱਢ ਕੇ ਮਹਾਰਾਜ ਨੇ ਮੰਤਰ ਦਿੱਤਾ ਆਪਣੇ ਖਾਲਸੇ ਨੂੰ। ਪ੍ਰਣਵ ਆਦਿ ਪ੍ਰਗਟੇ ਹੈ ਧਰ ਧਨ। ਕਹਿੰਦੇ ਇਹਦੇ ਵਿੱਚੋਂ ਹੀ ਸਾਰੇ ਮੰਤਰ ਪ੍ਰਗਟ ਹੋਏ ਨੇ। ਸਾਰਿਆਂ ਤੋਂ ਪਹਿਲੇ ਪ੍ਰਣਵ, ਪ੍ਰਣਵ ਆਦਿ ਏਕੰਕਾਰਾ, ਜਲ ਥਲ ਮਹੀਲ ਕੀਓ ਪਸਾਰਾ। ਪ੍ਰਣਵ ਕਹਿੰਦੇ ਓੰਕਾਰ ਨੂੰ। ਓੰਕਾਰ ਦੀ ਵਿਆਖਿਆ ਹੀ ਸਾਰੇ ਵੇਦ ਸ਼ਾਸਤਰ ਹਨ, ਓੰਕਾਰ ਦੀ ਵਿਆਖਿਆ ਹੀ ਸਾਰੀ ਗੁਰਬਾਣੀ ਹੈ। ਇਹਦੇ ਵਿੱਚੋਂ ਹੀ ਸਾਰਾ ਕੁਝ ਵਾਹਿਗੁਰੂ ਦੇ ਜਾਪ ਵਿੱਚੋਂ ਹੀ ਲੱਭਦਾ ਹੈ। ਜਪਦਿਆਂ ਜਪਦਿਆਂ ਜਪਿਆਂ ਓੰਕਾਰ ਦੀ ਸਿੱਧੀ ਹੋ ਜਾਂਦੀ ਹੈ ਤੇ ਓੰਕਾਰ ਦੇ ਵਿੱਚੋਂ ਇੱਕ ਪਰਮਾਤਮਾ ਦੇ ਝਲਕਾਰੇ ਪ੍ਰਤੱਖ ਪੈਂਦੇ ਹਨ। ਵਿਸ਼ਵ ਪਦਾਰਥ ਅਮਰਤੇ ਤੀਸਾ। ਜਿੰਨੇ ਵੀ ਸੰਸਾਰ ਦੇ ਪਦਾਰਥ ਨੇ, ਜਿੰਨੀਆਂ ਵੀ ਸ਼ਕਤੀਆਂ ਨੇ ਤੇ 33 ਕਰੋੜ ਦੇਵਤੇ ਨੇ। ਹਾਂਜੀ। ਚਤੁਰ ਅੱਖਰ ਵਿਸ ਵਿਸਵੇ ਵੀਸਾ। ਚਾਰ ਅੱਖਰ ਵਾਹਿਗੁਰੂ ਮੰਤਰ ਦੇ ਇਹਨਾਂ ਸਾਰਿਆਂ ਦਾ ਆਧਾਰ ਨੇ, ਬੇਸ ਨੇ, ਮੁੱਢ ਨੇ। ਵਿਸਵੇ ਵੀਸਾ 100% ਕਹਿ ਲਓ, 101% ਕਹਿ ਲਓ, ਇਹ ਗੱਲ ਨਿਸ਼ਚੈ ਕਰਕੇ ਸੱਚੀ ਹੈ ਵੀ ਵਿਸਵੇ ਗੱਲ ਸੱਚੀ ਹੈ ਵੀ ਸਾਰੀ ਦੁਨੀਆ ਦਾ ਬੀਜ ਵਾਹਿਗੁਰੂ ਹੀ ਹੈ। ਯੰ ਯੰ ਚਿੰਤਤ ਰੁਚ ਅਵਗਾਹ। ਜਿੱਦਾਂ ਜਿੱਦਾਂ ਦੀ ਰੁਚੀ ਰੱਖਦੇ ਨੇ, ਯੰ ਯੰ ਮਤਲਬ ਜਿਵੇਂ ਜਿਵੇਂ, ਜਿੱਦਾਂ ਜਿੱਦਾਂ ਰੁਚੀ ਨਾਲ ਲੋਕ ਜਪਦੇ ਨੇ। ਕੋਈ ਕਿਸੇ ਰੁਚੀ ਨਾਲ ਜਪਦਾ, ਕੋਈ ਕਿਸੇ ਰੁਚੀ ਨਾਲ ਜਪਦਾ। ਜਿੱਦਾਂ ਜਿੱਦਾਂ ਦੀ ਭਾਵਨਾ ਨਾਲ ਕੋਈ ਵਾਹਿਗੁਰੂ ਦਾ ਜਾਪ ਕਰਦੇ ਨੇ। ਤਨ ਤਨ ਲਹਿਤ ਭਗਤ ਇਨ ਮਾਹਾ। ਉਹ ਭਗਤ ਜਨ ਉਦਾਂ ਉਦਾਂ ਦੀ ਵਸਤੂ ਵੀ ਪਾ ਲੈਂਦੇ ਨੇ। ਤੰਗ ਤੰਗ ਮੈਨੇ ਉਦਾਂ ਉਦਾਂ ਦੀ, ਜਿੱਦਾਂ ਜਿੱਦਾਂ ਦੀ ਚਾਹੁੰਦੇ ਨੇ। ਵਾਹਿਗੁਰੂ 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 ਜਪ ਕੇ ਕੋਈ ਕਹਿੰਦਾ ਮੇਰਾ ਬਿਜ਼ਨਸ ਠੀਕ ਹੋ ਜਾਵੇ, ਮਿਲ ਜਾਂਦਾ ਉਸ ਨੂੰ। ਕੋਈ ਕਹਿੰਦਾ ਵਾਹਿਗੁਰੂ ਵਾਹਿਗੁਰੂ ਮੈਂ ਜਪਾਂਗਾ ਪਰ ਮੇਰਾ ਸਰੀਰ ਠੀਕ ਹੋ ਜਾਵੇ। ਉਹਦੇ ਤੇ ਕਿਰਪਾ ਹੁੰਦੀ, ਉਹਦੇ ਬਿਮਾਰੀਆਂ ਕੱਟੀਆਂ ਜਾਂਦੀਆਂ, ਉਹਦਾ ਸਰੀਰ ਰਾਜੀ ਹੋ ਜਾਂਦਾ। ਕੋਈ ਧਨ ਮੰਗਦਾ ਹੈ, ਕੋਈ ਦੁੱਧ ਮੰਗਦਾ ਹੈ, ਕੋਈ ਪੁੱਤ ਮੰਗਦਾ ਹੈ ਤੇ ਕਈ ਪ੍ਰਮਾਤਮਾ ਦੇ ਦਰਸ਼ਨ ਮੰਗਦੇ ਹਨ। ਕੁਛ ਵੀ ਨਹੀਂ ਚਾਹੀਦਾ, ਵਾਹਿਗੁਰੂ ਤੇਰੇ ਦਰਸ਼ਨ ਹੋ ਜਾਣ। ਦਰਸ਼ਨ ਪਿਆਸੀ ਦਿਨਸ ਰਾਤ, ਚਿਤਵੋਂ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਉਹ ਭਾਵਨਾ ਨਾਲ, ਸ਼ਰਧਾ ਨਾਲ ਵਾਹਿਗੁਰੂ 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 ਜਪਦੇ ਹਨ। ਵਰਨ ਨ ਸਾਕੋਂ ਵਰਨ ਪ੍ਰਤਾਪੂ। ਭਾਈ ਗੁਰਦਾਸ ਜੀ ਕਹਿੰਦੇ ਆ ਇਹਨਾਂ ਚਾਰ ਵਰਨਾਂ ਦਾ ਮੈਂ ਵਰਣਨ ਨਹੀਂ ਕਰ ਸਕਦਾ। ਇਹਨੂੰ ਯਮਕ ਅਲੰਕਾਰ ਕਹਿੰਦੇ ਨੇ। ਇੱਕੋ ਹੀ ਵਰਨ ਦੇ 2 ਤੋਂ 3 ਅਰਥ ਆ ਜਾਣ ਇੱਕੋ ਪੰਕਤੀ ਵਿੱਚ। ਵਰਨ ਨਾ ਸਾਕੋਂ ਮੈਂ ਵਰਣਨ ਨਹੀਂ ਕਰ ਸਕਦਾ, ਬਿਆਨ ਨਹੀਂ ਕਰ ਸਕਦਾ। ਵਰਨ ਪ੍ਰਤਾਪੂ, ਵਰਨ ਦਾ ਦੂਸਰਾ ਅਰਥ ਹੁੰਦਾ ਅੱਖਰ। ਇਹਨਾਂ ਚਾਰ ਅੱਖਰਾਂ ਦਾ ਵਾਵਾ ਹਾਹਾ ਤੇ ਗੱਗਾ ਰਾਰਾ, ਇਹਨਾਂ ਦਾ ਮਹਾਤਮ ਮੈਂ ਦੱਸ ਨਹੀਂ ਸਕਦਾ। ਜਾਣਤ ਹੈ ਜਿਹ ਜਾਪ ਸੋ ਜਾਪੂ। ਕਹਿੰਦੇ ਜਿਨ੍ਹਾਂ ਨੇ ਜਪਿਆ ਉਹ ਜਾਣਦੇ ਹਨ, ਦੱਸਿਆ ਨਹੀਂ ਜਾਂਦਾ। ਜੇ ਕੋਈ ਪੁੱਛੇ ਵੀ ਵਾਹਿਗੁਰੂ ਮੰਤਰ ਨਾਲ ਜਪਣ ਨਾਲ ਕੀ ਮਿਲੇਗਾ, ਉਹਨੂੰ ਆਪਾਂ ਦੱਸ ਨਹੀਂ ਸਕਦੇ, ਸੈਟੀਸਫਾਈ ਨਹੀਂ ਕਰ ਸਕਦੇ। ਪਰ
ਜੇ ਉਹ ਆਪ ਜਪਣ ਲੱਗ ਜਾਵੇ ਉਹਨੂੰ ਪਤਾ ਲੱਗ ਜਾਏਗਾ। ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਪਾਵੈ ਜਨ ਕੋਏ। ਜਿਹੜਾ ਜਿਹੜਾ ਵਾਹਿਗੁਰੂ ਵਾਹਿਗੁਰੂ ਜਪਦਾ ਉਹਦੇ ਬੇੜੇ ਪਾਰ ਹੋ ਜਾਂਦੇ ਨੇ। ਉਹਨੂੰ ਪਤਾ ਲੱਗਦਾ ਵੀ ਵਾਹਿਗੁਰੂ ਮੰਤਰ ਦਾ ਮਹਾਤਮ ਕੀ ਹੈ। ਸਰਬ ਸਾਰ ਸ੍ਰੀ ਗੁਰ ਪ੍ਰਗਟਾਇਓ। ਗੁਰੂ ਜੀ ਨੇ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰੇ ਧਰਮ ਗ੍ਰੰਥਾਂ ਦਾ, ਸਾਰੀਆਂ ਫਿਲਾਸਫੀਆਂ ਦਾ, ਸਾਰੇ ਅਧਿਆਤਮਿਕ ਚਿੰਤਨ ਦਾ ਨਿਚੋੜ ਕੱਢ ਲਿਆ, ਤੱਤ ਕੱਢ ਲਿਆ। ਤੱਤ ਕੱਢ ਕੇ ਦਿੱਤਾ ਸਾਨੂੰ 4 ਅੱਖਰਾਂ 'ਚ, ਵਾਹਿਗੁਰੂ ਵਾਹਿਗੁਰੂ। ਬਹੁਤ ਛੇਤੀ ਕੰਮ ਬਣਦਾ ਇਹਦੇ ਨਾਲ। ਪਰਮਾਰਥ ਦੀ ਸਿੱਧੀ ਜਿਹੜੀ ਹੈ, ਪਰਮਾਤਮਾ ਦੀ ਪ੍ਰਾਪਤੀ ਹੈ, ਇਹਦੇ ਜਪਣ ਨਾਲ ਬਹੁਤ ਛੇਤੀ ਹੁੰਦੀ ਹੈ। ਜੇ ਵੇਦਨ ਗੁਹਿਆਰਥ ਗਾਇਓ। ਜਿਹਨੂੰ ਵੇਦਾਂ ਦੇ ਵਿੱਚ ਗੁੱਝਾ ਕਿਹਾ, ਭਾਵ ਉਹਦਾ ਹਰ ਇੱਕ ਨੂੰ ਪਤਾ ਨਹੀਂ ਲੱਗਦਾ। ਵੇਦਾਂ 'ਚ ਲਿਖਿਆ ਹੈ ਵੀ ਪਰਮਾਤਮਾ ਦਾ ਭੇਦ ਹਰ ਕੋਈ ਥੋੜ੍ਹਾ ਪਾ ਸਕਦਾ, ਹਰ ਇੱਕ ਨੂੰ ਨਹੀਂ ਪਤਾ ਲੱਗਦਾ। ਸਾਰਿਆਂ ਲਈ ਉਹ ਭੇਦ ਗੁੱਝਾ ਹੈ। ਉਹ ਭੇਦ ਜਿਹੜਾ ਹੈ ਸਾਰਿਆਂ ਦੇ ਲਈ ਗੁੱਝਾ ਹੈ। ਉਹ ਗੁੱਝੇ ਭੇਦ ਨੂੰ ਪ੍ਰਾਪਤ ਕਰਨ ਦਾ ਇੱਕੋ ਹੀ ਤਰੀਕਾ ਹੈ, ਗੁਰੂ ਦਾ ਸ਼ਬਦ ਜਪੋ। ਵਾਹਿਗੁਰੂ 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 ਜਪਦਿਆਂ ਹੋਇਆਂ ਉਹ ਜਿਹੜੇ ਪ੍ਰਮਾਤਮਾ ਦੇ ਗੁੱਝੇ ਭੇਦ ਹਨ ਉਹ ਖੁੱਲ੍ਹ ਜਾਂਦੇ ਹਨ। ਵਿਪਰੋ ਵਾਚ ਦੋਹਰਾ। ਭਾਈ ਗੁਰਦਾਸ ਜੀ ਦੇ ਬਚਨ ਸੁਣ ਕੇ ਪੰਡਤਾਂ ਦੇ ਹੱਥ ਜੁੜ ਗਏ ਤੇ ਬੜੀ ਨਿਮਰਤਾ ਨਾਲ ਉਹਨਾਂ ਪੰਡਤਾਂ ਨੇ ਬੇਨਤੀ ਕੀਤੀ, ਚਤੁਰਾਖਰ ਇਹ ਸਾਰ ਸੁਠ। ਹੇ ਭਾਈ ਸਾਹਿਬ ਗੁਰਦਾਸ ਜੀ, ਤੁਸੀਂ ਇਹ 4 ਅੱਖਰ ਜਿਹੜੇ ਹਨ ਬੜੇ ਸੋਹਣੇ ਤਰੀਕੇ ਨਾਲ ਸਾਨੂੰ ਦੱਸੇ ਹਨ। ਵਾਵਾ, ਹਾਹਾ, ਗੱਗਾ ਤੇ ਰਾਰਾ। ਇਹਨਾਂ 4 ਅੱਖਰਾਂ ਦਾ ਮਹਾਤਮ, ਵਾਹਿਗੁਰੂ ਮੰਤਰ ਦਾ ਮਹਾਤਮ ਤੁਸੀਂ ਦੱਸਿਆ ਹੈ। ਪ੍ਰਭ ਤੇ ਸੁਨਿਓ ਪ੍ਰਤਾਪ। ਆਪ ਜੀ ਕੋਲੋਂ ਮਹਾਂਪੁਰਸ਼ੋ ਅਸੀਂ ਸੁਣਿਆ ਹੈ। ਤੁਹਾਡੀ ਕਿਰਪਾ ਨਾਲ ਵਾਹਿਗੁਰੂ ਮੰਤਰ ਦਾ ਪ੍ਰਤਾਪ ਪਤਾ ਲੱਗਾ ਹੈ। ਦਾਸ ਸਤੋਤਰ ਬਖਾਨੀਏ। ਆਪ ਆਪਣੀ ਰਸਨਾ ਤੋਂ ਇਸ ਵਾਹਿਗੁਰੂ ਮੰਤਰ ਦਾ ਸਤੋਤਰ ਕਰੋ। ਉਸਤਤੀ ਜਿਹਦੇ ਵਿੱਚ ਗਾਈ ਜਾਵੇ ਉਹਨੂੰ ਸਤੋਤਰ ਕਹਿੰਦੇ ਨੇ। ਉਹਦਾ ਭਾਵ ਵਾਹਿਗੁਰੂ ਮੰਤਰ ਦਾ ਸਤੋਤਰ, 4 ਅੱਖਰਾਂ ਦਾ ਸਤੋਤਰ ਕਰਕੇ ਆਪ ਆਪਣੀ ਰਸਨਾ ਤੋਂ ਸੁਣਾਓ ਤਾਂ ਸਾਡਾ ਮਨ ਟਿਕੇਗਾ। ਜਾਪ ਕਰਹਿ ਰੁਚ ਜਾਪ। ਅਸੀਂ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਆਪ ਜੀ ਦੇ ਇਹਨਾਂ 4 ਅੱਖਰਾਂ ਦੇ ਮਹਾਤਮ ਨੂੰ ਪੜ੍ਹਿਆ ਕਰਾਂਗੇ, ਇਹਨਾਂ ਸ਼ਲੋਕਾਂ ਦਾ ਜਾਪ ਕਰਿਆ ਕਰਾਂਗੇ ਤੇ ਸਾਨੂੰ ਵੀ ਵਾਹਿਗੁਰੂ ਮੰਤਰ ਦੀ ਪ੍ਰਾਪਤੀ ਹੋਵੇਗੀ। ਪਹਿਲਾਂ ਤਾਂ ਵਾਹਿਗੁਰੂ ਮੰਤਰ ਦੀ ਉਪਾਸਨਾ ਕਰਨੀ ਪੈਂਦੀ ਹੈ, ਫਿਰ ਇਹ ਪ੍ਰਾਪਤ ਹੁੰਦਾ। ਪਹਿਲਾਂ ਇਹਦੀ ਉਪਾਸਨਾ ਕਰਾਂਗੇ ਫਿਰ ਇਹ ਸਾਨੂੰ ਪ੍ਰਾਪਤ ਹੋਵੇਗਾ। ਤੋ ਉਪਾਸਨਾ ਕਰਨ ਦੇ ਲਈ ਸਾਨੂੰ ਕੋਈ ਐਸਾ ਮੰਤਰ ਬਣਾ ਦਿਓ, ਸ਼ਲੋਕ ਬਣਾ ਦਿਓ ਜਿਹਨੂੰ ਅਸੀਂ ਰੋਜ਼ ਜਪਿਆ ਕਰੀਏ। ਭਾਈ ਗੁਰਦਾਸ ਵਾਚ। ਭਾਈ ਗੁਰਦਾਸ ਜੀ ਪੰਡਤਾਂ ਦੀ ਬੇਨਤੀ ਸੁਣ ਕੇ ਬੋਲੇ ਹਨ। ਵਾਹਿਗੁਰੂ ਉਸਤਤ। ਵਾਹਿਗੁਰੂ ਪਦ ਦੀ ਉਸਤਤੀ ਕਰਨ ਲੱਗੇ ਸੰਸਕ੍ਰਿਤ ਭਾਸ਼ਾ ਵਿੱਚ, ਕਿਉਂਕਿ ਭਾਈ ਸਾਹਿਬ ਅਰਬੀ, ਫਾਰਸੀ, ਉਰਦੂ, ਪੰਜਾਬੀ, ਹਿੰਦੀ, ਸੰਸਕ੍ਰਿਤ, ਬ੍ਰਿਜ, ਇਸੇ ਤਰ੍ਹਾਂ ਹੋਰ ਦੇਸ਼ ਦੀਆਂ ਬਹੁਤ ਬੋਲੀਆਂ ਦੇ ਬਹੁਤ ਵੱਡੇ ਵਿਦਵਾਨ ਸਨ। ਇਕੱਲੇ ਪੰਜਾਬੀ ਦੇ ਨਹੀਂ, ਗੁਰਬਾਣੀ ਦੇ, ਸੰਸਕ੍ਰਿਤ ਦੇ, ਵੇਦਾਂ ਸ਼ਾਸਤਰਾਂ ਦੇ, ਮੁਸਲਮਾਨਾਂ ਦੀਆਂ ਧਰਮ ਪੁਸਤਕਾਂ, ਈਸਾਈਆਂ ਦੀਆਂ ਸਾਰੀਆਂ ਉਹਨਾਂ ਪੜ੍ਹੀਆਂ ਹੋਈਆਂ ਸਨ ਬੜੀ ਚੰਗੀ ਤਰ੍ਹਾਂ। ਉਹਨਾਂ ਦੀ ਬਾਣੀ ਪੜ੍ਹ ਕੇ ਦੇਖੋ, ਫਿਰ ਪਤਾ ਲੱਗਦਾ ਵੀ ਉਹਨਾਂ ਦੀ ਨੌਲੇਜ ਕਿਤਨੀ ਜ਼ਿਆਦਾ ਸੀ। ਭਾਈ ਸਾਹਿਬ ਗੁਰਦਾਸ ਜੀ ਪੰਡਤਾਂ ਦਾ ਸਵਾਲ ਸੁਣ ਕੇ ਸੰਸਕ੍ਰਿਤ ਭਾਸ਼ਾ ਵਿੱਚ ਇਹ ਪਵਿੱਤਰ ਸ਼ਲੋਕ ਉਚਾਰਨ ਕਰਦੇ ਹਨ। ਅਨੁਸ਼ਟ ਪਦ ਛੰਦ। ਸੋ ਇਹ ਜਿਹੜਾ ਛੰਦ ਹੈ ਇਹ ਸਾਧ ਸੰਗਤ ਜੀ ਭਾਈ ਗੁਰਦਾਸ ਜੀ ਦੇ ਪਾਵਨ ਰਸਨਾ ਤੋਂ ਉਚਾਰਨ ਹੋਇਆ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਇਹ ਗ੍ਰੰਥ ਦੇ 6 ਸ਼ਲੋਕ ਜਿਹੜੇ ਹਨ ਭਾਈ ਸਾਹਿਬ ਦੇ ਮਿਲਦੇ, ਬਾਕੀ ਨਹੀਂ। ਹੋਰ ਹੋ ਸਕਦਾ ਭਾਈ ਸਾਹਿਬ ਦੀ ਬਾਣੀ ਸੰਸਕ੍ਰਿਤ 'ਚ ਹੋਰ ਵੀ ਹੋਵੇ, ਪਰ ਸਾਡੇ ਤੱਕ ਆਪੜੀ ਨਹੀਂ। ਭਾਈ ਸਾਹਿਬ ਜੀ ਦੇ 556 ਕਵਿਤ ਸਵਈਏ ਪਹਿਲਾਂ ਮਿਲਦੇ ਸਨ।
ਜਦੋਂ ਭਾਈ ਵੀਰ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਨੂੰ ਅੱਜ ਤੋਂ 100 ਸਾਲ ਪਹਿਲਾਂ ਸੰਪਾਦਨ ਕੀਤਾ ਤਾਂ ਉਸ ਵੇਲੇ ਸੂਰਜ ਪ੍ਰਕਾਸ਼ ਦੀ ਇਹ ਪੋਥੀ ਵਿੱਚੋਂ ਜਦੋਂ ਇਹ ਸ਼ਲੋਕ ਮਿਲੇ ਤੇ ਹੋਰ ਨਾਲ ਇੱਕ ਦੋ ਸਵਈਏ ਵੀ ਮਿਲੇ ਤਾਂ ਭਾਈ ਸਾਹਿਬ ਨੇ ਵੇਖਿਆ ਵੀ ਇਹ ਬਾਣੀ ਭਾਈ ਗੁਰਦਾਸ ਜੀ ਦੀ ਇੱਥੇ ਪਈ ਹੈ, ਵਾਰਾਂ ਤੋਂ ਵੀ ਵੱਖਰੀ ਹੈ, ਕਵਿਤ ਸਵਈਆਂ ਤੋਂ ਵੀ ਹੈ। ਸੋ ਇਹ ਸੰਭਾਵਨਾ ਹੈ ਵੀ ਹੋਰ ਬਾਣੀ ਵੀ ਲੱਭੇਗੀ। ਭਾਈ ਸਾਹਿਬ ਨੂੰ 119 ਕਵਿਤ ਸਵਈਏ ਪੰਜਾਬ ਯੂਨੀਵਰਸਿਟੀ ਲਾਹੌਰ ਦੀ ਲਾਇਬ੍ਰੇਰੀ ਵਿੱਚੋਂ ਭਾਈ ਮਹਾਂ ਸਿੰਘ ਜੀ ਗਿਆਨੀ, ਉਹ ਕਿਸੇ ਚੀਜ਼ ਦੀ ਰਿਸਰਚ ਕਰ ਰਹੇ ਸਨ, ਉੱਥੋਂ ਉਹਨਾਂ ਨੂੰ ਮਿਲ ਗਏ। ਉੱਥੋਂ ਫਿਰ ਇਹ ਸਾਧ ਸੰਗਤ ਜੀ ਸਾਡੇ ਕੋਲ ਪਹੁੰਚੀ ਬਾਣੀ। ਹੁਣ 675 ਕਵਿਤ ਸਵਈਏ, 6 ਸ਼ਲੋਕ ਸੰਸਕ੍ਰਿਤ ਦੇ ਹਨ, 40 ਵਾਰਾਂ ਭਾਈ ਗੁਰਦਾਸ ਜੀ ਦੀਆਂ ਸਾਨੂੰ ਮਿਲਦੀਆਂ ਹਨ। ਇਹਨਾਂ ਵਿੱਚੋਂ ਇਹ 6 ਸ਼ਲੋਕ ਸਰਵਣ ਕਰੀਏ ਜਿਨ੍ਹਾਂ ਵਿੱਚ ਭਾਈ ਸਾਹਿਬ ਜੀ ਵਾਹਿਗੁਰੂ ਮੰਤਰ ਦਾ ਅਰਥ ਖੋਲ੍ਹਦੇ ਹਨ। ਵਾਵਾ, ਹਾਹਾ, ਗੱਗਾ, ਰਾਰਾ, ਇਹਨਾਂ ਚਾਰਾਂ ਹੀ ਅੱਖਰਾਂ ਦਾ ਸਤੋਤਰ ਕਰਦੇ ਹਨ। ਹਾਂਜੀ। ਵਿਸ਼ਵੇਸ਼ਮ ਵਿਸ਼ਵਮਿਤ ਯੁਕਤਮ, ਕਹਿੰਦੇ ਵਿਸ਼ਵੇਸ਼ਮ, ਵਿਸ਼ਵ ਦਾ ਏਸ਼, ਇਹ ਵਿਸ਼ਵ ਦਾ ਰਾਜਾ, ਵਿਸ਼ਵ ਦਾ ਪਾਤਸ਼ਾਹ, ਵਿਸ਼ਵ ਦਾ ਮਾਲਕ, ਵਿਸ਼ਵ ਦਾ ਸੁਆਮੀ। ਵਾਵਾ ਹੈ ਨਾ, ਵਾਹਿਗੁਰੂ, ਵਾਹ ਪਹਿਲਾ ਅੱਖਰ ਹੈ। ਇਹਦਾ ਮਤਲਬ ਵਿਸ਼ਵ, ਵਿਸ਼ਵ ਦਾ ਮਤਲਬ ਕੀ ਹੈ? ਸੰਸਾਰ, ਵਰਲਡ, ਜਿੰਨਾ ਵੀ ਆਲੇ ਦੁਆਲੇ ਸੰਸਾਰ ਹੈ, ਦੁਨੀਆ ਹੈ, ਇਹਨੂੰ ਆਪਾਂ ਵਿਸ਼ਵ ਕਹਿੰਦੇ ਹਾਂ। ਵਿਸ਼ਵੇਸ਼ਮ, ਵਿਸ਼ਵ ਦਾ ਸੁਆਮੀ, ਏਸ਼ ਮੈਨੇ ਮਾਲਕ, ਸਾਰੇ ਵਿਸ਼ਵ ਦਾ ਉਹ ਮਾਲਕ ਹੈ, ਸਾਰੀ ਦੁਨੀਆ ਦਾ ਉਹ ਰਾਜਾ ਹੈ। ਵਿਸ਼ਵ ਮਿਤ ਯੁਕਤਮ, ਔਰ ਉਹ ਪਰਮਾਤਮਾ ਜਿਹੜਾ ਹੈ ਉਹ ਸੰਸਾਰ ਦਾ ਹੀ ਰੂਪ ਕਿਹਾ ਜਾਂਦਾ ਹੈ। ਯਾਨੀ ਉਹ ਪਰਮਾਤਮਾ ਸੰਸਾਰ ਤੋਂ ਵੱਖਰਾ ਨਹੀਂ ਕਿਤੇ ਬੈਠਾ ਹੋਇਆ, ਇਸੇ ਸੰਸਾਰ ਦੇ ਅੰਦਰ ਬਿਰਾਜਮਾਨ ਹੈ, ਕਣ ਕਣ ਦੇ ਵਿੱਚ। ਉਹਨੇ ਹੀ ਸੰਸਾਰ ਦਾ ਰੂਪ ਧਾਰਨ ਕੀਤਾ ਹੋਇਆ। ਆ ਜਿੰਨੇ ਵੀ ਆਕਾਰ ਦਿਸਦੇ ਨੇ, ਜਿੰਨੀਆਂ ਇਹ ਦੇਹਾਂ ਤੁਰੀਆਂ ਫਿਰਦੀਆਂ ਨੇ, ਇਹ ਸਾਰੀਆਂ ਉਸੇ ਦੀਆਂ ਹੀ ਨੇ। ਇਹ 84 ਲੱਖ ਜੂਨਾਂ, ਇਹ 33 ਕਰੋੜ ਦੇਵੀ ਦੇਵਤੇ, ਸਭ ਉਸੇ ਦਾ ਹੀ ਪਸਾਰਾ ਹੈ, ਦੂਸਰਾ ਨਹੀਂ ਕੋਈ, ਇੱਕੋ ਹੀ ਹੈ। ਇੱਕੋ ਹੈ ਭਾਈ, ਇੱਕੋ ਹੈ, ਦੂਜਾ ਨਹੀਂ ਕੋਈ। ਜਿਹਦੀ ਦ੍ਰਿਸ਼ਟੀ 'ਚ ਦੂਜਾ ਹੈ ਉਹਨੂੰ ਪਰਮਾਤਮਾ ਤੱਕ ਅੱਪੜਨਾ ਹੀ ਨਹੀਂ ਮਿਲੇਗਾ। ਪਰ ਜਿਹਨੇ ਪਰਮਾਤਮਾ ਤੱਕ ਅੱਪੜਨਾ ਹੈ ਉਹਨੂੰ ਇੱਕ ਕਰਕੇ ਜਾਣਨਾ ਪਵੇਗਾ। ਪਰਮਾਤਮਾ ਵਿਸ਼ਵ ਰੂਪ ਹੈ, ਸਾਰਾ ਸੰਸਾਰ ਉਹਦਾ ਹੀ ਰੂਪ ਹੈ। ਸੰਪਟੇ ਵਿਸ਼ਵ ਭੂਖਸ਼ਣਮ, ਕਹਿੰਦੇ ਜਿਹੜਾ ਇਹ ਸੰਸਾਰ ਰੂਪੀ ਡੱਬਾ ਹੈ, ਇਹਦਾ ਗਹਿਣਾ ਵਾਹਿਗੁਰੂ ਹੈ। ਸਾਧ ਸੰਗਤ ਜੀ, ਸੁਨਿਆਰਿਆਂ ਕੋਲੋਂ, ਜਿਊਲਰਸ ਕੋਲੋਂ ਤੁਸੀਂ ਬਣਾਉਂਦੇ ਹੋ ਗਹਿਣੇ, ਛਾਪਾਂ ਬਣਾਉਂਦੇ ਹੋ, ਚੈਨੀਆਂ, ਕੜੇ, ਕੰਨਾਂ 'ਚ ਪਾਉਣ ਵਾਲੀਆਂ, ਕਾਂਟੇ, ਰਿੰਗ, ਉਹ ਜਿੰਨਾ ਕੁਝ ਤੁਸੀਂ ਸੋਨੇ ਦਾ ਬਣਾਉਂਦੇ ਹੋ, ਗੋਲਡ ਦਾ, ਹੀਰੇ ਮੋਤੀ ਵਿੱਚ ਡਾਇਮੰਡ ਲਾ ਕੇ, ਉਹ ਸਾਰਾ ਜਦੋਂ ਬਣ ਜਾਂਦਾ ਇੱਕ ਡੱਬੇ 'ਚ ਪਾ ਕੇ ਉਹ ਦਿੰਦੇ ਨੇ। ਡੱਬਾ ਬੜਾ ਸੋਹਣਾ ਹੁੰਦਾ, ਉਹਨੂੰ ਸੰਪਟ ਕਹਿੰਦੇ ਨੇ। ਕਹਿੰਦੇ ਉਸ ਡੱਬੇ ਦੀ ਕੀਮਤ ਤਾਂ ਹੈ ਜੇ ਵਿੱਚ ਗਹਿਣਾ ਹੋਵੇ। ਆਖੋ ਵਾਹਿਗੁਰੂ। ਉੱਦਾਂ ਹੀ ਡੱਬਾ ਫੜਾ ਦਿਓ ਕਿਸੇ ਨੂੰ, ਉਹਦੀ ਕੋਈ ਵੈਲਿਊ ਨਹੀਂ। ਜੇ ਡੱਬੇ 'ਚ ਗਹਿਣਾ ਹੋਵੇ ਤੇ ਫਿਰ ਡੱਬਾ ਸੋਹਣਾ ਲੱਗਦਾ ਹੈ। ਇਹ ਸੰਸਾਰ ਇੱਕ ਡੱਬਾ ਹੈ, ਇਹਦਾ ਗਹਿਣਾ ਪਰਮਾਤਮਾ ਹੈ। ਡੱਬੇ ਦੇ ਵਿੱਚ ਜਿਊਲਰ ਨੇ ਤੁਹਾਨੂੰ ਕੋਈ ਬਣਾ ਕੇ ਦਿੱਤੀ ਹੈ ਜਿਊਲਰੀ, ਉਹਦੇ ਵਿੱਚ ਹੀਰੇ ਮੋਤੀ ਜੜੇ ਨੇ, ਉਹਨੂੰ ਡੱਬੇ 'ਚ ਪਾ ਕੇ ਦਿੱਤਾ। ਤੁਸੀਂ ਬੜੇ ਸੰਭਾਲ ਨਾਲ ਲਿਆਓਗੇ, ਜਿਹਨੂੰ ਕੋਈ ਗਿਫਟ ਕਰਨਾ ਉਹਨੂੰ ਗਿਫਟ ਦਿਓਗੇ, ਆਪਣੀ ਘਰਵਾਲੀ ਨੂੰ ਦਿਓ, ਕਿਸੇ ਨੂੰ ਦਿਓ, ਤੇ ਉਹ ਬੜਾ ਸੋਹਣਾ ਲੱਗੇਗਾ। ਤੇ ਜੇ ਡੱਬਾ ਦੇ ਦਿਓ ਵਿੱਚ ਕੁਝ ਹੋਵੇ ਹੀ ਨਾ, ਫਿਰ ਕੀ ਹੋਏਗਾ? ਫਿਰ ਚੰਗਾ ਨਹੀਂ ਲੱਗੇਗਾ। ਕਹਿੰਦੇ ਪਰਮਾਤਮਾ ਵਿੱਚ ਗਹਿਣਾ ਹੈ। ਤੇ ਆਹ ਜਿਹੜੀ ਦੁਨੀਆ ਨਾ, ਸਰੀਰ ਜਿੰਨੇ ਵੀ ਆ ਤੁਰੇ ਫਿਰਦੇ ਨੇ, ਇਹ ਡੱਬੇ ਨੇ, ਔਰ ਇਹ ਉਸ ਗਹਿਣੇ ਕਰਕੇ ਸੋਹਣੇ ਲੱਗਦੇ ਨੇ।
ਕਿਸੇ ਵੀ ਬੰਦੇ ਵਿੱਚੋਂ ਪ੍ਰਮਾਤਮਾ ਦੀ ਜੋਤ ਨਿਕਲ ਜਾਵੇ, ਜਿੱਡਾ ਮਰਜ਼ੀ ਸੋਹਣਾ ਹੋਵੇ, ਉਹ ਡੈਡ ਬਾਡੀ ਸੋਹਣੀ ਨਹੀਂ ਲੱਗਦੀ, ਕਿੱਡਾ ਮਰਜ਼ੀ ਸੋਹਣਾ ਹੋ, ਭਾਵੇਂ ਕੋਈ ਇਸਤਰੀ ਹੈ ਭਾਵੇਂ ਕੋਈ ਪੁਰਸ਼ ਹੈ, ਪਰ ਜੇ ਵਿੱਚੋਂ ਜੋਤ ਨਿਕਲ ਗਈ ਮਿੱਟੀ ਹੈ। ਇਸ ਕਰਕੇ ਗਹਿਣਾ ਤਾਂ ਇਹ ਸਾਰਾ ਸੰਸਾਰ ਹੈ, ਉਹ ਡੱਬਾ ਤਾਂ ਇਹ ਸਾਰਾ ਸੰਸਾਰ ਹੈ, ਗਹਿਣਾ ਨਿਰੰਕਾਰ ਹੈ। ਔਰ ਨਿਰੰਕਾਰ ਤੇ ਆਕਾਰ ਦੋਵੇਂ ਇਕੱਠੇ ਚੱਲਦੇ ਹੈ। ਆਕਾਰ ਇਹ ਹੈ ਜੋ ਦਿਸਦਾ ਹੈ, ਨਿਰੰਕਾਰ ਉਹ ਹੈ ਜੋ ਵਿੱਚ ਬੈਠਾ ਹੋਇਆ ਹੈ। ਸੋ ਮਹਾਰਾਜ ਕਹਿੰਦੇ ਸੰਪਟੇ ਵਿਸ਼ਵ ਭੂਖਣਮ, ਭਾਈ ਗੁਰਦਾਸ ਜੀ ਕਹਿੰਦੇ ਵਿਸ਼ਵ ਰੂਪੀ ਡੱਬੇ ਦਾ ਗਹਿਣਾ ਹੈ ਵਾਹਿਗੁਰੂ। ਹਾਂਜੀ, ਵਿਸ਼ਵ ਬੋਧਮ ਸਵਯੰ ਬ੍ਰਹਮ, ਉਹ ਸਾਰੇ ਸੰਸਾਰ ਦਾ ਬੋਧ ਉਸ ਨੂੰ ਹੈ, ਉਹ ਸਭ ਨੂੰ ਜਾਣਦਾ ਹੈ। ਉਹਨੂੰ ਪਤਾ ਕਿਤੇ ਕੀ ਹੋ ਰਿਹਾ, ਕੀੜੀ ਕਿੱਥੇ ਬੈਠੀ ਹੈ, ਹਾਥੀ ਕਿੱਥੇ ਬੈਠਾ ਹੈ, ਸ਼ੇਰ ਕਿੱਥੇ ਬੈਠਾ ਹੈ, ਗਾਂ ਕਿੱਥੇ ਬੈਠੀ ਹੈ, ਪੰਛੀ ਕਿੱਥੇ ਉੱਡੇ ਫਿਰਦੇ ਨੇ, ਦੇਵਤੇ ਕੀ ਕਰ ਰਹੇ ਨੇ, ਦੈਂਤ ਕੀ ਕਰ ਰਹੇ ਨੇ, ਚੋਰ ਕੀ ਕਰ ਰਹੇ ਨੇ, ਸਾਧ ਕੀ ਕਰ ਰਹੇ ਨੇ, ਗੋਰੇ ਕਾਲੇ ਕੀ ਕਰ ਰਹੇ ਨੇ, ਸਭ ਪਤਾ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ, ਹਰ ਇੱਕ ਦਾ ਪਤਾ ਉਸ ਨੂੰ। ਅੰਦਰ ਬੈਠਾ ਸਾਰੇ ਫੁਰਨੇ ਪੜ੍ਹੀ ਜਾਂਦਾ, ਸਾਡੇ ਮਨ 'ਚ ਫੁਰਨੇ ਚੱਲਦੇ ਆ, ਉਹਦੇ ਅੱਗੇ ਸਕਰੀਨ ਲੱਗੀ ਹੋਈ, ਦੇਖੀ ਜਾ ਰਿਹਾ ਕੀ ਸੋਚ ਰਿਹਾ, ਉਹਨੂੰ ਪਤਾ। ਬੰਦਾ ਆਪਣੀ ਸੋਚੀ ਹੋਈ ਗੱਲ ਭੁੱਲ ਸਕਦਾ, ਉਹ ਨਹੀਂ ਭੁੱਲਦਾ, ਉਹਦੇ ਅੰਦਰ ਸਾਰਾ ਕੁਝ ਡਾਟਾ ਫੀਡ। ਵਿਸ਼ਵ ਬੋਧਮ, ਸੋ ਵਿਸ਼ਵ ਨੂੰ, ਸੰਸਾਰ ਨੂੰ ਚੰਗੀ ਤਰ੍ਹਾਂ ਜਾਣਦਾ, ਉਹਨੂੰ ਸੰਸਾਰ ਦਾ ਸਾਰਾ ਬੋਧ ਹੈ, ਗਿਆਨ ਹੈ। ਸਵਯੰ ਬ੍ਰਹਮ, ਆਪਣੇ ਆਪ ਤੋਂ ਪ੍ਰਕਾਸ਼ਿਤ ਹੈ, ਪਰ ਪ੍ਰਕਾਸ਼ ਨਹੀਂ, ਸਵਯੰ ਪ੍ਰਕਾਸ਼। ਪਰ ਪ੍ਰਕਾਸ਼ ਉਹਨੂੰ ਕਹਿੰਦੇ ਆ ਜਿਹੜਾ ਦੂਸਰੇ ਤੋਂ ਪ੍ਰਕਾਸ਼ ਲਵੇ, ਜਿਹੜਾ ਆਪਣੇ ਆਪ ਤੋਂ ਪ੍ਰਕਾਸ਼ ਹੋਵੇ, ਆਪਣੇ ਆਪ ਤੋਂ ਹੀ ਪੈਦਾ ਹੋਵੇ। ਅਸੀਂ ਦੂਸਰੇ ਤੋਂ ਪੈਦਾ ਹੋਏ, ਮਾਂ ਬਾਪ ਤੋਂ ਪੈਦਾ ਹੋਏ, ਉਹਦੀ ਨਾ ਕੋਈ ਮਾਂ ਹੈ ਨਾ ਕੋਈ ਬਾਪ ਹੈ, ਆਪੇ ਹੀ ਆਪ ਹੈ। ਸਵਯੰ ਬ੍ਰਹਮ, ਆਪਣੇ ਆਪ ਤੋਂ ਬ੍ਰਹਮ ਵਿਆਪਕ ਹੈ ਸਾਰੇ ਜਗ੍ਹਾ ਤੇ, ਕੋਈ ਥਾਂ ਤੇ ਐਸੀ ਨਹੀਂ ਜਿੱਥੇ ਨਾ ਹੋਵੇ। ਤਮ ਪ੍ਰਣਵਾਦੀ ਨਮਾਮਿਹਮ, ਤੰ ਮੈਨੇ ਉਸ, ਤਿਸ ਪਰਣਵਾਦੀ, ਜਿਹੜਾ ਪਰਣਵ ਦਾ ਵੀ ਓਂਕਾਰ ਦਾ ਵੀ ਆਦਿ ਸਰੂਪ ਹੈ, ਉਸ ਬ੍ਰਹਮ ਨੂੰ, ਵਿਸ਼ਵ ਬੁੱਧ ਨੂੰ, ਵਿਸ਼ਵ ਪ੍ਰਕਾਸ਼ਕ ਨੂੰ, ਵਿਸ਼ਵ ਏਸ਼ ਨੂੰ ਮੇਰੀ ਨਮਸਕਾਰ ਹੈ। ਨਮਾਮਿਹਮ, ਮੇਰੀ ਨਮਸਕਾਰ ਹੈ। ਵਰਨ ਆਵਰਨ ਵਿਹੀਨਾਏ, ਹਾਂ, ਕਹਿੰਦੇ ਜਿਹੜਾ ਵਰਨ ਔਰ ਆਵਰਨ ਤੋਂ ਰਹਿਤ ਹੈ। ਵਰਨ ਚਾਰ ਨੇ ਸਾਧ ਸੰਗਤ ਜੀ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ। ਚਾਰ ਵਰਨਾਂ ਦੇ ਵਿੱਚ ਸਮਾਜ ਵੰਡਿਆ ਹੋਇਆ। ਹਿੰਦੂ ਧਰਮ ਦੇ ਚਾਰ ਵਰਨ, ਭਾਰਤ ਦੇ ਵਿੱਚ ਲਗਭਗ ਜਿੰਨੀਆਂ ਜਾਤੀਆਂ ਨੇ ਉਸੇ ਵਰਨ ਵੰਡ ਵਿੱਚੋਂ ਹੀ ਨਿਕਲਦੀਆਂ ਨੇ। ਕੁਝ ਬ੍ਰਾਹਮਣਾਂ ਦੀਆਂ ਜਾਤੀਆਂ ਨੇ, ਕੁਝ ਛਤਰੀਆਂ ਦੀਆਂ ਨੇ, ਕੁਝ ਵੈਸ਼ਾਂ ਦੀਆਂ ਨੇ, ਕੁਝ ਸ਼ੂਦਰਾਂ ਦੀਆਂ ਨੇ। ਕਹਿੰਦੇ ਉਹ ਵਰਨ ਤੇ ਅਵਰਨ, ਅਵਰਨ ਕਹਿੰਦੇ ਨੇ ਜਿਹੜਾ ਵਰਨਾਂ ਤੋਂ ਵੀ ਵੱਖਰਾ ਭਿੰਨ ਹੋਵੇ, ਜਿਹਨੂੰ ਪੰਜਵਾਂ ਵਰਨ ਵੀ ਕਹਿ ਦਿੰਦੇ ਨੇ, ਅੰਤਯਜ ਵੀ ਕਹਿ ਦਿੰਦੇ ਨੇ। ਜਿਹੜੇ ਵਰਨਾਂ 'ਚ ਨਹੀਂ ਆਉਂਦੇ ਉਹਨਾਂ ਨੂੰ ਅਵਰਨ ਕਹਿ ਦਿੰਦੇ ਨੇ। ਮੁਸਲਮਾਨ, ਈਸਾਈ, ਯਹੂਦੀ, ਜੈਨੀ, ਬੋਧੀਆਂ ਨੂੰ ਵੀ ਅਵਰਨ ਹੀ ਕਹਿ ਦਿੰਦੇ ਨੇ, ਕਿਉਂਕਿ ਉਹ ਵਰਨ ਮਰਿਆਦਾ ਤੋਂ ਬਾਹਰ ਮੰਨੇ ਜਾਂਦੇ ਨੇ। ਵਰਨ ਅਵਰਨ ਵਿਹੀਨਾਏ, ਕਹਿੰਦੇ ਜਿਹੜਾ ਪਰਮਾਤਮਾ ਵਰਨ ਤੋਂ ਵੀ ਬਾਹਰ ਹੈ ਤੇ ਅਵਰਨ ਤੋਂ ਵੀ ਬਾਹਰ ਹੈ। ਉਹਦੀ ਨਾ ਕੋਈ ਬਾਹਮਣ ਜਾਤੀ ਹੈ, ਨਾ ਖੱਤਰੀ ਹੈ, ਨਾ ਵੈਸ਼ ਹੈ, ਨਾ ਸ਼ੂਦਰ ਹੈ, ਤੇ ਨਾ ਇਹਨਾਂ ਤੋਂ ਭਿੰਨ ਕੋਈ ਹੋਰ ਵਰਨ ਹੈ। ਅੰਤਯਜ ਵੀ ਨਹੀਂ ਹੈ, ਮੁਸਲਮਾਨ ਵੀ ਨਹੀਂ ਹੈ, ਈਸਾਈ ਵੀ ਨਹੀਂ ਹੈ। ਸਾਰੇ ਵਰਨ ਔਰ ਅਵਰਨ ਤੋਂ ਭਿੰਨ ਹੈ। ਹਾਂਜੀ, ਵੇਦ ਸਾਰ ਪ੍ਰਵਰਤਕ, ਔਰ ਵੇਦ ਸਾਰ ਪ੍ਰਵਰਤਕ, ਵੇਦਾਂ ਦਾ ਸਾਰ ਤੱਤ ਜਿਹੜਾ ਉਹਨੂੰ ਪ੍ਰਵਿਰਤ ਕਰਨ ਵਾਲਾ, ਭਾਵ ਵੇਦ ਦੇ ਗਿਆਨ ਨੂੰ, ਵੇਦ ਨਾਮ ਗਿਆਨ ਦਾ ਹੈ, ਜਿਹੜਾ ਗਿਆਨ ਦਾ ਨਿਚੋੜ ਕੱਢ ਕੇ ਦੁਨੀਆ ਨੂੰ ਦੱਸਣ ਵਾਲਾ ਹੈ, ਸੰਸਾਰ ਦੇ ਵਿੱਚ ਪ੍ਰਵਿਰਤੀ ਕਰਨ ਵਾਲਾ ਹੈ। ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦ੍ਰਿੜਾਇਆ, ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ।
ਜਿਹੜਾ ਵੇਦ ਹੈ ਉਹ ਧਰਮ ਦੱਸਦਾ ਹੈ ਤੇ ਪਾਪ ਤੋਂ ਹਟਾਉਂਦਾ ਹੈ। ਉਸ ਵੇਦ ਦੇ ਗਿਆਨ ਨੂੰ ਪਰਵਰਤ ਕਰਨ ਵਾਲਾ, ਲੋਕਾਂ ਵਿੱਚ ਪ੍ਰਚਾਰਨ ਵਾਲਾ ਵੀ ਉਹ ਪਰਮਾਤਮਾ ਹੀ ਹੈ। ਹਾਂਜੀ, ਵਿਸ਼ਵ ਵਰਗ ਮਹੀਧੀਸ਼ਮ, ਉਹ ਵਿਸ਼ਵ ਦਾ ਕਲਿਆਣ ਕਰਨ ਵਾਲਾ ਹੈ। ਵਿਸ਼ਵ ਵਰਗ, ਸਾਰੇ ਵਿਸ਼ਵ ਦਾ ਉਹ ਵਰਗ ਨਾਮ ਮੁਕਤੀ ਦਾ ਹੈ, ਕਲਿਆਣ ਦਾ ਹੈ। ਸਾਰੇ ਵਿਸ਼ਵ ਦਾ ਉਹ ਕਲਿਆਣ ਕਰਤਾ ਹੈ। ਔਰ ਮਹੀਧੀਸ਼ਨ, ਉਹ ਸਾਰੀ ਧਰਤੀ ਦਾ ਮਾਲਕ ਹੈ। ਹਾਂਜੀ, ਵਕਾਰੰ ਤਮ ਨਮਾਮਿਹੰ, ਉਸ ਧਰਤੀ ਦੇ ਸੁਆਮੀ ਅਧੀਸ਼ ਨੂੰ ਕਹਿੰਦੇ ਵਕਾਰਮ, ਵਾਵੇ ਅੱਖਰ ਨੂੰ ਕਹਿੰਦੇ ਮੇਰੀ ਨਮਸਕਾਰ ਹੈ। ਵਾਵਾ ਅੱਖਰ ਪਹਿਲਾ ਅੱਖਰ, ਇਹਦੇ ਲਈ 2 ਸ਼ਲੋਕ ਉਚਾਰਨ ਕੀਤੇ ਹਨ। ਹਾਂਜੀ, ਹਰੀ ਹਰਾਦ ਸਵਯੰ ਬ੍ਰਹਮ, ਹਰੀ ਹਰਾਦ ਸਵਯੰ ਬ੍ਰਹਮ। ਹਰੀ ਨਾਮ ਵਿਸ਼ਨੂੰ ਜੀ ਦਾ ਹੈ। ਹਰ ਨਾਮ ਜਿੱਥੇ ਸਿਹਾਰੀ ਲੱਗ ਜਾਵੇ ਹਰੀ ਵਿਸ਼ਨੂੰ, ਜਿੱਥੇ ਹਾਹਾਰਾਰਾ ਮੁਕਤੇ ਹੋਣ ਸ਼ਿਵ ਜੀ। ਹਰੀ ਹਰਾਦ ਜੋ ਵਿਸ਼ਨੂੰ ਦਾ ਵੀ ਮੂਲ ਹੈ, ਉਹਦਾ ਵੀ ਮੁੱਢ ਹੈ, ਜਿਹੜਾ ਸ਼ਿਵ ਜੀ ਦਾ ਵੀ ਮੁੱਢ ਹੈ। ਸ਼ਿਵ ਜੀ ਵੀ ਉਹਦੇ ਵਿੱਚੋਂ ਹੀ ਪੈਦਾ ਹੋਇਆ, ਵਿਸ਼ਨੂੰ ਵੀ ਉਹਦੇ ਵਿੱਚੋਂ ਹੀ ਪੈਦਾ ਹੋਇਆ ਹੈ। ਹੰਸ ਬੋਧ ਪ੍ਰਕਾਸ਼ਤਮ, ਔਰ ਜਿਹੜਾ ਹੰਸ ਬੋਧ ਬ੍ਰਹਮਾ ਹੈ ਉਹਨੂੰ ਵੀ ਪ੍ਰਕਾਸ਼ ਦੇਣ ਵਾਲਾ, ਬ੍ਰਹਮੇ ਨੂੰ ਵੀ ਗਿਆਨ ਦੇਣ ਵਾਲਾ ਉਹੀ ਹੈ ਪਰਮੇਸ਼ਰ। ਹਸ ਖਮਲ ਵਰੇ ਬੀਜਮ, ਹੱਥ ਦੇ ਧਰੇ ਔਲੇ ਦੀ ਤਰ੍ਹਾਂ ਉਹ ਵਾਹਿਗੁਰੂ ਸਾਰਿਆਂ ਦੇ ਸਾਹਮਣੇ ਪ੍ਰਤੱਖ ਹੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬ੍ਰਹਮ ਗਿਆਨੀ ਕੈ ਮਨ ਪ੍ਰਗਾਸ਼, ਜੈਸੇ ਤਾਰੂ ਉਪਰ ਆਕਾਸ਼। ਹੱਥ ਤੇ ਧਰੇ ਔਲੇ ਦੀ ਤਰ੍ਹਾਂ ਬ੍ਰਹਮ ਗਿਆਨੀ ਨੂੰ ਪ੍ਰਤੱਖ ਦਿਸਦਾ ਹੈ। ਐਸਾ ਵਰੇ ਸਾਰਿਆਂ ਤੋਂ ਸ੍ਰੇਸ਼ਟ ਬੀਜ ਰੂਪ ਹੈ, ਸਾਰਿਆਂ ਦਾ, ਸ੍ਰਿਸ਼ਟੀ ਦਾ ਮੂਲ ਹੈ। ਹਕਾਰੰ ਤਮ ਨਮਾਮਿਹੰ, ਉਸ ਹੰਕ ਹਕਾਰੰ ਹਾਹਾ ਅੱਖਰ ਨੂੰ ਮੇਰੀ ਨਮਸਕਾਰ ਹੈ। ਜੋ ਹਵਾਹਿਦ ਵਾਹੇ ਹਾਹਾ ਅੱਖਰ ਹੈ ਉਹਨੂੰ ਮੇਰੀ ਨਮਸਕਾਰ ਹੈ। ਗਿਆਨ ਆਰਕਮ ਗਿਰਾਧੀਸ਼ਮ, ਗਿਆਨ ਅਰਕਮ, ਗਿਆਨ ਕਹਿੰਦੇ ਨੇ ਗਿਆਨ ਨੌਲੇਜ ਨੂੰ, ਸੋਝੀ ਨੂੰ, ਆਤਮ ਪ੍ਰਗਾਸ਼ ਨੂੰ। 2 ਤਰ੍ਹਾਂ ਦਾ ਗਿਆਨ ਹੈ, ਇੱਕ ਪਦਾਰਥ ਗਿਆਨ ਹੈ, ਇੱਕ ਆਤਮ ਗਿਆਨ ਹੈ। ਅਰਕ ਨਾਮ ਸੂਰਜ ਦਾ ਹੈ। ਕਹਿੰਦੇ ਜੋ ਗਿਆਨ ਦਾ ਸੂਰਜ ਹੈ, ਗਿਆਨ ਅਰਕਮ ਗਿਰਾਧੀਸ਼ਮ। ਗਿਰਾ ਨਾਮ ਬਾਣੀ ਦਾ ਹੈ, ਜੋ ਬੋਲਦੇ ਆ, ਉਹ ਬਾਣੀ ਦਾ ਮਾਲਕ ਹੈ ਸੁਆਮੀ ਜੀ। ਉਹ ਹੋਵੇ ਤਾਂ ਬੋਲ ਸਕਦੇ, ਉਸ ਤੋਂ ਬਿਨਾਂ ਨਹੀਂ ਬੋਲਿਆ ਜਾਂਦਾ। ਬਾਣੀ ਦਾ ਉਹ ਮਾਲਕ ਹੈ। ਹਾਂਜੀ, ਗੋਤੀਤਮ ਸਵੱਛ ਸਾਖਿਣਮ, ਗੋਤੀਤਮ, ਗੋ ਨਾਮ ਇੰਦਰੀਆਂ ਦਾ ਹੈ। ਅੱਖਾਂ, ਕੰਨ, ਨੱਕ ਇਹਨਾਂ ਤੋਂ ਅਤੀਤ ਹੈ। ਸਵੱਛ ਸ਼ੁੱਧ ਸਰੂਪ ਹੈ, ਸਾਖੀ ਹੈ, ਵਿਟਨਸ, ਜਿਹੜਾ ਕੋਲ ਖੜ ਕੇ ਸਭ ਨੂੰ ਦੇਖ ਰਿਹਾ ਹੋਵੇ, ਆਪ ਕੁਛ ਵੀ ਨਾ ਕਰੇ, ਸਭ ਦਾ ਸਾਖੀ ਹੈ, ਸਭ ਕੁਝ ਜਾਣਦਾ, ਸਾਰਾ ਕੁਝ ਦੇਖ ਰਿਹਾ ਪਰ ਆਪ ਵਿੱਚ ਫਸ ਨਹੀਂ ਰਿਹਾ, ਨਿਰਲੇਪ ਹੈ। ਉਹਨੂੰ ਸਾਖਿਣਮ ਕਹਿੰਦੇ ਨੇ, ਸਾਖੀ ਹੈ ਸਾਰਿਆਂ ਦਾ। ਗਮਨ ਅਗਮਯ ਵਿਹੀਨਾਏ, ਉਹ ਪਰਮਾਤਮਾ ਆਉਣ ਜਾਣ ਤੋਂ ਰਹਿਤ ਹੈ। ਗਮਨ ਜਾਣਾ, ਆਗਮ ਆਉਣਾ, ਨਾ ਆਉਂਦਾ ਹੈ ਨਾ ਜਾਂਦਾ ਹੈ, ਨਾ ਜੰਮਦਾ ਹੈ ਨਾ ਮਰਦਾ, ਇਸ ਤੋਂ ਰਹਿਤ ਹੈ ਉਹ। ਤਮ ਗਕਾਰੰ ਨਮਾਮਿਹੰ, ਉਸ ਗੱਗੇ ਅੱਖਰ ਨੂੰ ਮੇਰੀ ਨਮਸਕਾਰ ਹੈ। ਗੱਗੇ ਅੱਖਰ ਤੋਂ ਜਿੰਨੇ ਪਦ ਬਣੇ ਨੇ, ਗਿਆਨ ਅਰਕਮ ਗਿਰਾਧੀਸ਼ਮ ਗੋਤੀਤਮ ਸਵੱਛ ਸਾਖਿਣਮ, ਇਹ ਗੱਗੇ ਅੱਖਰ ਨਾਲ ਬਣਾਏ ਨੇ। ਗਮਨ ਅਗਮ ਵਿਹੀਨਾਏ, ਇਹ ਵੀ ਗਮਨ ਅਗਮ ਨੇ ਵੀ ਗੱਗੇ ਨਾਲ ਬਣਾਇਆ ਹੈ। ਉਸ ਗੱਗੇ ਨੂੰ ਮੇਰੀ ਨਮਸਕਾਰ ਹੈ। ਰਾਮ ਵੀਰ ਸੁਰੇਸ਼ਵਰਮ, ਕਹਿੰਦੇ ਜਿਹੜਾ ਰਾਮ ਹੈ ਭਗਵਾਨ ਪਰਮੇਸ਼ਰ ਰਮਿਆ ਹੋਇਆ ਸਾਰਿਆਂ ਵਿੱਚ ਬੀਜ ਰੂਪ ਹੈ। ਤੇ ਉਹ ਸੁਰੇਸ਼ਵਰਮ ਜਿਹੜਾ ਦੇਵਤਿਆਂ ਦਾ ਵੀ ਦੇਵਤਾ ਦਾ ਰਾਜਾ ਹੈ। ਤੁਮ ਹੋ ਸਭ ਰਾਜਨ ਕੇ ਰਾਜਾ, ਦੀਵਾਨ ਦੇਵ ਹੈ। ਦੇਵ ਦੈਤ ਅਭਿਬੰਦਿਤਮ, ਦੇਵਤੇ ਵੀ ਉਹਨੂੰ ਨਮਸਕਾਰ ਕਰਦੇ ਨੇ, ਦੈਂਤ ਵੀ ਉਹਨੂੰ ਨਮਸਕਾਰ ਕਰਦੇ ਨੇ। ਦੇਵ ਦੈਤ ਅਭਿਬੰਦਿਤਮ, ਦੇਵਤੇ ਵੀ ਔਰ ਦੈਂਤ ਵੀ ਬੰਦਨਾ ਕਰਦੇ, ਨਮਸਕਾਰ ਕਰਦੇ, ਮੱਥਾ ਟੇਕਦੇ ਉਹਦੇ ਚਰਨਾਂ ਵਿੱਚ। ਸਰਵਾਸ਼ਰਯਮ ਸਰਵਮਿਤੀ ਸ਼ਕਤੀ, ਕਹਿੰਦੇ ਸਾਰਿਆਂ ਦਾ ਆਸਰਾ ਹੈ। ਸਰਵ ਆਸ਼ਰਮ, ਸਾਰੀ ਸ੍ਰਿਸ਼ਟੀ ਦਾ, ਕੀੜੀ ਨੂੰ ਵੀ ਆਸਰਾ ਉਹਦਾ ਹੀ ਹੈ।
ਹਾਥੀ ਨੂੰ ਵੀ ਉਹਦਾ ਆਸਰਾ, ਧਰਤੀ ਨੂੰ ਵੀ ਉਹਦਾ ਆਸਰਾ, ਸੂਰਜ ਨੂੰ ਵੀ ਉਹਦਾ ਆਸਰਾ, ਸਾਰਿਆਂ ਦਾ ਆਸਰਾ। ਸਰਬ ਆਸ਼ਰਮ ਸਰਵਮਿਤੀ ਸ਼ਕਤੀ, ਸਾਰੀ ਸ਼ਕਤੀ ਦਾ ਮਾਲਕ ਹੈ, ਮਰਿਆਦਾ ਨੂੰ ਕਾਇਮ ਰੱਖਦਾ। ਸੂਰਜ ਨੂੰ ਕਿੰਨੇ ਸਮੇਂ ਵਿੱਚ ਘੁੰਮਣਾ, ਧਰਤੀ ਨੇ ਉਹਦੇ ਆਲੇ ਦੁਆਲੇ ਕਿੰਨਾ ਸਿਰ 'ਚ ਘੁੰਮਣਾ, ਦੇਖੋ ਕਿੰਨਾ ਸਿਸਟਮ ਹੈ। 24 ਘੰਟੇ ਬਾਅਦ ਸਾਨੂੰ ਸੂਰਜ ਦਿਖ ਜਾਂਦਾ, ਇੰਨੇ ਸਮੇਂ ਬਾਅਦ ਛੁਪਣਾ, ਸਾਰਾ ਉਹਨੇ ਨਿਯਮ ਬਣਾਇਆ ਹੋਇਆ। ਇੰਨਾ ਵੀ ਅੱਗੇ ਪਿੱਛੇ ਨਹੀਂ ਹੁੰਦਾ। ਮਿੱਤ ਕਹਿੰਦੇ ਇਸੇ ਨੂੰ ਮਰਿਆਦਾ ਸ਼ਕਤੀ ਉਹਦੇ ਕੋਲ, ਹਰ ਚੀਜ਼ ਨੂੰ ਡਿਸਿਪਲਿਨ ਵਿੱਚ ਰੱਖਦਾ, ਇੱਕ ਮਰਿਆਦਾ ਵਿੱਚ ਰੱਖਦਾ ਹੈ। ਐਸਾ ਵਾਹਿਗੁਰੂ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ। ਤਮ੍ਰਕਾਰੰ ਨਮਾਮਿਹੰ, ਉਸ ਰਾਰੇ ਅੱਖਰ ਨੂੰ ਮੇਰੀ ਨਮਸਕਾਰ ਹੈ। ਰੂ ਵਾਹਿਗੁਰੂ, ਇਹਨਾਂ ਚਾਰਾਂ ਅੱਖਰਾਂ ਦੀ ਭਾਈ ਸਾਹਿਬ ਗੁਰਦਾਸ ਜੀ ਨੇ ਉਪਾਸਨਾ ਕਰਨ ਦੇ ਲਈ ਇਹ ਸਾਨੂੰ ਸ਼ਲੋਕ ਬਣਾ ਕੇ ਦਿੱਤੇ ਹਨ। ਇਤੇਵ ਮਹਾਵਰਣਮ, ਇਤੇਵ ਇਸ ਪ੍ਰਕਾਰ ਇਹ ਮਹਾਵਰਨ ਮਹਾ ਅੱਖਰ ਹਨ, ਪਵਿੱਤਰ ਚਾਰ ਅੱਖਰ, ਵਾਵਾ ਹਾਹਾ ਗੱਗਾ ਤੇ ਰਾਰਾ, ਇਹ ਬਹੁਤ ਜ਼ਿਆਦਾ ਵੱਡੇ ਮਹਾਨ ਅੱਖਰ ਹਨ। ਭਾਵਨਾਏ ਮਹੂਰ ਮਹੂ, ਜਿਹੜਾ ਸ਼ਰਧਾ ਨਾਲ ਭਾਵਨਾ ਨਾਲ ਮੁਹੂਰ ਮੁਹੂ ਬਾਰ-ਬਾਰ ਜਪਦਾ ਹੈ ਚਾਰਾਂ ਅੱਖਰਾਂ ਨੂੰ, ਵਾਹਿਗੁਰੂ 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 ਵਾਹਿਗੁਰੂ, ਭਾਵਨਾ ਨਾਲ ਜਪਦਾ, ਸ਼ਰਧਾ ਨਾਲ ਜਪਦਾ, ਵਿਸ਼ਵਾਸ ਨਾਲ ਜਪਦਾ ਹੈ। ਚਤੁਰ ਵਰਗ ਫਲਮ ਦਸ਼ੈ, ਉਹਨੂੰ ਚਾਰ ਪ੍ਰਕਾਰ ਦੀ ਮੁਕਤੀ, ਚਾਰਾਂ ਵਰਗਾਂ ਦੇ ਵਿੱਚ, ਚਾਵਾਂ ਕੁੰਟਾਂ ਵਿੱਚ ਉਹਨੂੰ ਪ੍ਰਾਪਤ ਹੋ ਜਾਂਦੀ ਹੈ। ਦਾਸ ਨੂੰ, ਜਿਹੜਾ ਵੀ ਉਹ ਇਹਦਾ ਦਾਸ ਬਣ ਕੇ ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਉਹਨੂੰ ਚਾਰੇ ਮੁਕਤੀਆਂ, ਚਤੁਰ ਵਰਗ ਦਾ ਅਰਥ ਹੈ ਚਾਰ ਮੁਕਤੀਆਂ। ਇੱਕ ਸ਼ਲੋਕ ਮੁਕਤੀ ਹੁੰਦੀ ਹੈ ਸਾਧ ਸੰਗਤ ਜੀ, ਇੱਕ ਸਮੀਪ ਮੁਕਤੀ ਹੁੰਦੀ ਹੈ, ਇੱਕ ਸਰੂਪ ਮੁਕਤੀ ਹੁੰਦੀ ਹੈ, ਚੌਥੀ ਸਾਯੁਜਯ ਮੁਕਤੀ ਹੁੰਦੀ ਹੈ। ਇਹ ਚਾਰੇ ਮੁਕਤੀਆਂ ਉਸ ਨੂੰ ਪ੍ਰਾਪਤ ਹੋ ਜਾਂਦੀਆਂ। ਬਾਣੀ 'ਚ ਬਚਨ ਹੈ, ਚਾਰ ਮੁਕਤ ਚਾਰੈ ਸਿੱਧ ਮਿਲ ਕੇ ਦੂਲਹ ਪ੍ਰਭ ਕੀ ਸ਼ਰਨ ਪਰਿਓ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਹਿੰਦੇ ਚਾਰੇ ਮੁਕਤੀਆਂ ਉਸ ਨੂੰ ਪ੍ਰਾਪਤ ਹੋ ਜਾਂਦੀਆਂ ਹਨ। ਸਿੱਧੀ ਏਵ ਨਾ ਸੰਸ਼ਯ, ਔਰ ਇਹ ਕੰਮ ਸਿੱਧ ਹੋਣ ਦੇ ਵਿੱਚ ਸੰਸਾ ਨਹੀਂ ਕੋਈ। ਸਿੱਧੀ ਏਵ ਨਾ ਸੰਸ਼ਯ, ਇਸ ਗੱਲ ਵਿੱਚ ਸੰਸਾ ਨਹੀਂ, ਨੋ ਡਾਊਟ। ਬਸ ਵਾਹਿਗੁਰੂ ਆਖੋ ਤੇ ਕੰਮ ਬਣੇਗਾ। ਵਾਹਿਗੁਰੂ 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 ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ। ਇਸ ਪ੍ਰਕਾਰ ਭਾਈ ਗੁਰਦਾਸ ਸਾਹਿਬ ਜੀ ਨੇ ਪੰਡਤਾਂ ਨੂੰ ਵਾਹਿਗੁਰੂ ਮੰਤਰ ਦਾ ਮਹਾਤਮ, ਵਾਹਿਗੁਰੂ ਮੰਤਰ ਦੇ ਅਰਥ ਸਮਝਾਏ ਹਨ। ਹੋਰ ਵੀ ਉਹਨਾਂ ਦੇ ਸਵਾਲਾਂ ਦਾ ਭਾਈ ਸਾਹਿਬ ਜੀ ਜਵਾਬ ਦੇਣਗੇ। ਅਗਲੇ ਪ੍ਰਕਰਣਾਂ 'ਚ ਆਪ ਜੀ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ।